ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਮਤ 1756 ਬਿਕਰਮੀ ਈਸਵੀ ਸਨ 1699 ਦੀ ਵਿਸਾਖੀ ਵਾਲੇ ਦਿਹਾੜੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਖਾਲਸਾ ਪੰਥ ਦੀ ਸਿਰਜਣਾ ਸਮੇਂ ਪੰਜ ਪਿਆਰਿਆਂ ਦੇ ਮੁਖੀ ਭਾਈ ਦਇਆ ਸਿੰਘ ਜੀ ਤੋਂ ਵਰੋਸਾਈ ਸੰਪਰਦਾ ਦੇ ਨੌਵੇਂ ਰਤਨ ਰਾਜਾ ਜੋਗੀ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਤੋਂ ਵਰੋਸਾਏ ਹੋਏ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲੇ, ਜੋ ਕਿ 8 ਅਪ੍ਰੈਲ ਨੂੰ ਆਪਣੀ ਸੱਚਖੰਡ ਵੱਲੋਂ ਲਾਈ ਹੋਈ ਸੇਵਾ ਨਿਭਾਉਂਦੇ ਹੋਏ ਸੱਚਖੰਡ ਜਾ ਬਿਰਾਜੇ, ਉਹਨਾਂ ਦੇ ਅੰਤਮ ਰਸਮ ਸਮੇਂ ਉਹਨਾਂ ਦਾ ਸਰੀਰ 5 ਤੱਤਾਂ ਵਿੱਚ ਲੀਨ ਹੋ ਗਿਆ। ਪਵਨੇ ਮਹਿ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ। ਉਹਨਾਂ ਨੇ ਆਪਣਾ ਤਮਾਮ ਜੀਵਨ ਸਿੱਖ ਧਰਮ ਦੇ ਪ੍ਰਚਾਰ ਤੇ ਸਮੁੱਚੀ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਕੀਤਾ। ਉਹਨਾਂ ਦਾ ਪ੍ਰਮੁੱਖ ਕਾਰਜ ਵਿਛੜੀਆਂ ਹੋਈਆਂ ਰੂਹਾਂ ਨੂੰ ਗੁਰੂ ਚਰਨਾਂ ਨਾਲ ਜੋੜਨਾ ਤੇ ਲੋੜਵੰਦਾਂ ਦੀ ਸੇਵਾ ਕਰਦਿਆਂ ਹੋਇਆਂ ਬਤੀਤ ਹੋਇਆ। ਉਹਨਾਂ ਦੇ ਕਾਰਜਾਂ ਤੇ ਸੇਵਾਵਾਂ ਦੀ ਉਦਾਹਰਣ ਸੰਤ ਬਾਬਾ ਮਾਨ ਸਿੰਘ ਜੀ ਆਪਣੇ ਆਪ ਵਿੱਚ ਆਪ ਹੀ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ਾਂ ਨੂੰ ਅਤੇ ਉਹਨਾਂ ਦੇ ਦਰਸਾਏ ਹੋਏ ਮਾਰਗ ਨੂੰ ਸੰਗਤਾਂ ਤੱਕ ਪਹੁੰਚਾਉਣ ਲਈ ਉਹਨਾਂ ਨੇ ਆਪਣਾ ਸਾਰਾ ਜੀਵਨ ਇਸ ਆਸ਼ੇ ਲਈ ਸਮਰਪਿਤ ਕਰ ਦਿੱਤਾ। ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ, ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਉਹਨਾਂ ਨੇ ਆਪਣੀ ਅਣਥੱਕ ਘਾਲਨਾ ਘਾਲਦਿਆਂ ਦਿਨ ਰਾਤ ਇੱਕ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਨੂੰ ਸਿੱਖ ਸੰਗਤਾਂ ਤੱਕ ਪਹੁੰਚਾਇਆ। ਸੰਤ ਬਾਬਾ ਮਾਨ ਸਿੰਘ ਜੀ ਦੁਆਰਾ ਕੀਰਤਨ ਕਰਨਾ ਇੱਕ ਮਹਾਨ ਵਿਸਮਾਦੀ ਰੰਗਤ ਸੀ। ਉਹਨਾਂ ਦੀ ਆਵਾਜ਼ ਵਿੱਚ ਇੱਕ ਐਸੀ ਖਿੱਚ ਸੀ ਕਿ ਜਿਹੜਾ ਵੀ ਉਹਨਾਂ ਦਾ ਕੀਰਤਨ ਸਰਵਣ ਕਰਦਾ, ਉਹ ਗੁਰੂ ਸਾਹਿਬ ਦਾ ਸਿੱਖ ਬਣਨ ਲਈ ਪ੍ਰੇਰਿਤ ਹੋ ਜਾਂਦਾ। ਇਸ ਤਰ੍ਹਾਂ ਦੀਆਂ ਮਿਸਾਲਾਂ ਸਾਰੀ ਦੁਨੀਆ ਵਿੱਚ ਆਮ ਨਹੀਂ ਮਿਲਦੀਆਂ। ਈਸਵੀ ਸਨ 1995 ਜੁਲਾਈ ਦੇ ਮਹੀਨੇ ਜਦੋਂ ਸੰਤ ਬਾਬਾ ਮਾਨ ਸਿੰਘ ਜੀ ਪਹਿਲੀ ਵਾਰ UK ਦੀ ਧਰਤੀ ਤੇ ਗਏ, ਉੱਥੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਪਾਰਕ ਐਵਨਿਊ ਵਿਖੇ ਸੰਤ ਬਾਬਾ ਮਾਨ ਸਿੰਘ ਜੀ 2 ਹਫ਼ਤੇ ਕੀਰਤਨ ਦੀ ਸੇਵਾ ਕਰਦੇ ਰਹੇ। ਨਤੀਜਾ 1100 ਪ੍ਰਾਣੀਆਂ ਨੇ ਅੰਮ੍ਰਿਤਪਾਨ ਕਰ ਲਿਆ, ਜੋ ਕਿ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਇਸੇ ਤਰ੍ਹਾਂ ਟੋਰਾਂਟੋ ਕੈਨੇਡਾ ਦੇ ਦਸ਼ਮੇਸ਼ ਦਰਬਾਰ ਗੁਰੂ ਘਰ ਵਿਖੇ 1600 ਪ੍ਰਾਣੀਆਂ ਨੇ ਇੱਕੋ ਵਾਰੀ ਵਿੱਚ ਅੰਮ੍ਰਿਤਪਾਨ ਕੀਤਾ। ਪੰਜਾਬ ਤੇ ਭਾਰਤ ਦੇ ਕੋਨੇ-ਕੋਨੇ ਵਿੱਚ ਹਰਿਆਣਾ, UP, ਮੱਧ ਪ੍ਰਦੇਸ਼, ਮਹਾਰਾਸ਼ਟਰ ਦੇ ਮੁੰਬਈ ਵਰਗੇ ਸ਼ਹਿਰਾਂ ਵਿੱਚ ਵੀ ਆਪ ਨੇ ਪ੍ਰਚਾਰ ਕੀਤਾ। ਭਾਰਤ ਤੋਂ ਬਾਹਰ ਦੁਬਈ, UK, ਕੈਨੇਡਾ, ਅਮਰੀਕਾ, ਯੂਰਪ, ਆਸਟ੍ਰੇਲੀਆ ਵਿੱਚ ਆਪ ਜੀ ਨੇ ਪ੍ਰਚਾਰ ਕੀਤਾ। ਜਿੱਥੇ ਕਿਤੇ ਵੀ ਸੰਸਾਰ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸਨ, ਉੱਥੇ ਸੰਤ ਬਾਬਾ ਮਾਨ ਸਿੰਘ ਜੀ ਪੁੱਜੇ ਤੇ ਆਪਣੇ ਜੀਵਨ ਦੀ ਅਹਿਮ ਸੇਵਾ ਅੰਮ੍ਰਿਤ ਸੰਚਾਰ ਨਿਭਾਈ। ਵੱਡੀ ਉਦਾਹਰਣ 31 ਮਈ 1999 ਵਾਲੇ ਦਿਨ ਦੀ ਹੈ। ਇਸ ਦਿਨ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਇੱਕ ਦਿਨ ਵਿੱਚ ਆਪ ਜੀ ਨੇ 1,37,000 ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾਇਆ ਅਤੇ ਸੰਤ ਬਾਬਾ ਮਾਨ ਸਿੰਘ ਜੀ ਨੇ ਇਹਨਾਂ ਸਾਰੇ ਸਥਾਨਾਂ ਤੇ ਇੱਕ ਦਿਨ ਵਿੱਚ ਹੈਲੀਕਾਪਟਰ ਰਾਹੀਂ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਹ ਵੀ ਆਪਣੇ ਆਪ ਵਿੱਚ ਇੱਕ ਵੱਡੀ ਮਿਸਾਲ ਹੈ। ਇਸ ਤੋਂ ਇਲਾਵਾ ਅਣਗਿਣਤ ਪ੍ਰਾਣੀਆਂ ਨੇ ਆਪ ਜੀ ਦਾ ਕੀਰਤਨ ਸਰਵਣ ਕਰਕੇ ਕੁਰੀਤੀਆਂ ਕੁਰੈਤਾਂ ਛੱਡ ਕੇ ਆਪਣਾ ਜੀਵਨ ਸੁਧਾਰ ਲਿਆ। ਕਈਆਂ ਨੇ ਆਪਣੇ ਸਿਰ ਤੇ ਕੇਸ ਸਜਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰੂ ਮਰਿਆਦਾ ਮੁਤਾਬਕ ਆਪਣੇ ਜੀਵਨ ਨੂੰ ਸੁਧਾਰ ਕੇ ਗੁਰਬਾਣੀ ਨਾਮ ਸਿਮਰਨ ਨਾਲ ਜੁੜ ਕੇ ਆਪਣਾ ਜੀਵਨ ਸਫਲ ਕੀਤਾ। ਇਹ ਸਭ ਕੁਝ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆਂ ਦੀ ਮਹਾਨ ਸੇਵਾ ਸਦਕਾ ਹੀ ਸੰਭਵ ਹੋ ਸਕਿਆ।
ਸਿੱਖੀ ਸਿਧਾਂਤ ਸੇਵਾ ਸਿਮਰਨ ਅਨੁਸਾਰ ਬਾਬਾ ਜੀ ਨੇ ਗਰੀਬਾਂ, ਲੋੜਵੰਦਾਂ, ਪੀੜਤਾਂ ਦੀ ਸੇਵਾ ਵਿੱਚ ਵੀ ਅਣਥੱਕ ਘਾਲਣਾ ਕਰ ਲਈ। ਜਦੋਂ ਕਦੇ ਵੀ ਕਿਸੇ ਵੀ ਥਾਂ 'ਤੇ ਕੋਈ ਕੁਦਰਤੀ ਆਫਤ ਆਈ ਜਾਂ ਮਨੁੱਖੀ ਆਫਤ ਦਾ ਕੋਈ ਸ਼ਿਕਾਰ ਹੋਇਆ ਤਾਂ ਲੋੜ ਪੈਣ 'ਤੇ ਬਾਬਾ ਜੀ ਆਪਣੇ ਗੁਰੂ ਭਾਈ ਸੰਤ ਬਾਬਾ ਮੋਹਨ ਸਿੰਘ ਜੀ ਲੰਗਰ ਵਾਲਿਆਂ ਨੂੰ ਤੇ ਆਪਣੇ ਸੇਵਾਦਾਰਾਂ ਨੂੰ ਨਾਲ ਲੈ ਕੇ ਉਹਨਾਂ ਦੀ ਮਦਦ ਲਈ ਮਸੀਹਾ ਬਣ ਕੇ ਹਾਜ਼ਰ ਹੋਏ। 1999 ਨੂੰ ਉੜੀਸਾ ਵਿੱਚ ਜਦੋਂ ਸਾਈਕਲੋਨ ਆਇਆ ਤਾਂ ਆਪ ਨੇ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਲੰਗਰ ਦਾ ਪ੍ਰਬੰਧ ਕੀਤਾ। ਕੱਪੜੇ, ਵਸਤਰ, ਦਵਾਈਆਂ ਆਦਿਕ ਦੀ ਅਣਥੱਕ ਸੇਵਾ ਕੀਤੀ। ਜੇਕਰ ਕਿਸੇ ਬੇਨਸੀਬ ਨੂੰ ਆਪਣੀ ਜਾਨ ਤੋਂ ਹੱਥ ਗਵਾਉਣੇ ਪਏ ਤਾਂ ਉਹਨਾਂ ਦੀ ਤਮਾਮ ਸੇਵਾ ਬਾਬਾ ਜੀ ਨੇ ਆਪ ਆਪਣੇ ਸੇਵਾਦਾਰਾਂ ਸਹਿਤ ਕੀਤੀ। ਇੱਥੇ ਹੀ ਬਸ ਨਹੀਂ, ਜਦੋਂ ਗੁਜਰਾਤ ਵਿੱਚ 2001 ਦੇ ਵਿੱਚ ਭੁਚਾਲ ਕਾਰਨ ਪੀੜਤ ਲੋਕਾਂ ਨੂੰ, ਜਿਨ੍ਹਾਂ ਦੇ ਘਰ ਢਹਿ ਢੇਰੀ ਹੋ ਗਏ ਸਨ, ਉਹਨਾਂ ਦੇ ਦਰਦ ਨੂੰ ਨਾ ਬਰਦਾਸ਼ਤ ਕਰਦੇ ਹੋਏ ਸੰਤ ਬਾਬਾ ਮਾਨ ਸਿੰਘ ਜੀ, ਸੰਤ ਬਾਬਾ ਮੋਹਨ ਸਿੰਘ ਜੀ ਨੇ ਆਪਣੇ ਸੇਵਾਦਾਰਾਂ ਸਮੇਤ ਪਹੁੰਚ ਕੇ ਲੰਗਰ ਆਦਿ ਦਾ ਪ੍ਰਬੰਧ ਕੀਤਾ ਤੇ ਹਰ ਤਰੀਕੇ ਨਾਲ ਉਹਨਾਂ ਦੀ ਮਦਦ ਕੀਤੀ। ਇੱਥੇ ਹੀ ਬਸ ਨਹੀਂ, ਜੰਮੂ ਕਸ਼ਮੀਰ ਵਿੱਚ ਜਦੋਂ 36 ਸਿੱਖ ਪਰਿਵਾਰਾਂ ਦੇ ਮੈਂਬਰਾਂ ਦਾ ਕਤਲੇ-ਆਮ ਹੋਇਆ ਤਾਂ ਬਾਬਾ ਜੀ ਨੇ ਹਰ ਤਰੀਕੇ ਨਾਲ ਉਹਨਾਂ ਦੀ ਮਦਦ ਕੀਤੀ, ਉਹਨਾਂ ਦੀ ਸਹਾਇਤਾ ਕੀਤੀ, ਭਾਵੇਂ ਉਹ ਆਰਥਿਕ ਮਦਦ ਹੀ ਕਿਉਂ ਨਾ ਹੋਵੇ। ਮਹਾਂਪੁਰਸ਼ਾਂ ਦੇ ਕਿਹੜੇ-ਕਿਹੜੇ ਪਰਉਪਕਾਰ ਦਾ ਜ਼ਿਕਰ ਕਰੀਏ। ਇੱਥੇ ਹੀ ਬਸ ਨਹੀਂ, 2002 ਦੇ ਵਿੱਚ ਰਾਜਸਥਾਨ ਵਿੱਚ ਲੋੜਵੰਦ ਪੀੜਤਾਂ ਅਤੇ ਜਦੋਂ ਪੰਜਾਬ ਦੇ ਬਾਰਡਰ 'ਤੇ ਸੰਗਤਾਂ ਮੁਸ਼ਕਲ ਸਮੇਂ ਵਿੱਚ ਗੁਜ਼ਰ ਰਹੀਆਂ ਸਨ ਤਾਂ ਬਾਬਾ ਜੀ ਪਿੱਛੇ ਨਹੀਂ ਰਹੇ। ਸਭ ਤੋਂ ਪਹਿਲਾਂ ਲੰਗਰ ਦਾ ਪ੍ਰਬੰਧ ਕੀਤਾ। ਕੱਪੜੇ, ਬਸਤਰ, ਦਵਾਈਆਂ ਆਦਿ ਹੋਰ ਵਸਤਾਂ ਦਾ ਵੀ ਪ੍ਰਬੰਧ ਕੀਤਾ। ਇਸ ਤਰ੍ਹਾਂ ਅਣਥੱਕ ਸੇਵਾ ਕਰਦੇ ਹੋਏ ਆਪ ਨੇ ਕਿਸਾਨ ਮੋਰਚੇ ਦੌਰਾਨ ਦਿੱਲੀ ਬਾਰਡਰ ਵਿਖੇ ਵੀ ਅਣਥੱਕ ਸੇਵਾ ਕੀਤੀ। ਕਿਸਾਨ ਭੈਣਾਂ ਭਰਾਵਾਂ ਵਾਸਤੇ ਆਪ ਨੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ, ਭਾਵੇਂ ਉਹ ਲੰਗਰ ਹੋਵੇ ਜਾਂ ਜਲ ਪਾਣੀ ਦੀ ਸੇਵਾ ਹੀ ਕਿਉਂ ਨਾ ਹੋਵੇ। 10 ਗੁਰੂ ਸਾਹਿਬਾਨ ਦੇ ਜੀਵਨ ਮਾਰਗ ਤੇ ਉਪਦੇਸ਼ ਦੁਨੀਆ ਵਿੱਚ ਦਰਸਾਉਣ ਲਈ ਤੇ ਇਹ ਦੱਸਣ ਲਈ ਸਿੱਖ ਕੌਮ ਸੂਰਮਿਆਂ, ਸ਼ਹੀਦਾਂ, ਯੋਧੇ, ਮਹਾਬਲਦਾਨੀਆਂ ਦੀ ਕੌਮ ਹੈ। ਆਪ ਜੀ ਨੇ ਵੱਡੇ-ਵੱਡੇ ਪ੍ਰੋਗਰਾਮ ਉਲੀਕੇ ਤੇ ਸੰਪੂਰਨ ਵੀ ਕੀਤੇ, ਜਿਨ੍ਹਾਂ ਵਿੱਚੋਂ ਪ੍ਰਮੁੱਖ ਸੀ 300 ਸਾਲਾ ਖਾਲਸਾ ਪੰਥ ਦੀ ਸਿਰਜਣਾ ਦਿਵਸ ਨੂੰ ਸਮਰਪਿਤ 1999 ਦੀ ਵਿਸਾਖੀ ਨੂੰ ਦਿੱਲੀ ਦੇ ਲਾਲ ਕਿਲ੍ਹੇ ਦੀ ਗਰਾਊਂਡ ਵਿੱਚ ਇੱਕ ਸਮਾਗਮ ਆਯੋਜਿਤ ਕਰਨਾ। ਇਹ ਬਹੁਤ ਹੀ ਮਾਣ ਸਨਮਾਨ ਵਾਲੀ ਗੱਲ ਸੀ। ਆਪ ਜੀ ਨੇ ਦਿੱਲੀ ਲਾਲ ਕਿਲ੍ਹੇ ਅੰਦਰ 1 ਅਪ੍ਰੈਲ ਤੋਂ 4 ਅਪ੍ਰੈਲ ਤੱਕ ਕੀਰਤਨ ਕੀਤਾ, ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਤੇ ਆਪਣੇ ਪਿਆਰੇ ਦਸ਼ਮੇਸ਼ ਪਿਤਾ ਦੇ ਸੰਦੇਸ਼ ਮਾਨਸ ਕੀ ਜਾਤ ਸਭ ਹੈ ਏਕੈ ਪਹਿਚਾਨਬੋ ਨੂੰ ਘਰ ਘਰ ਹਰ ਇੱਕ ਪ੍ਰਾਣੀ ਤੱਕ ਪਹੁੰਚਾਇਆ। ਇਸ ਤੋਂ ਉਪਰੰਤ ਸਨ 2000 ਨੂੰ ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰਤਾ ਗੱਦੀ ਦਿਵਸ ਦੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਅਤੇ ਕਥਾ ਕੀਰਤਨ ਦਾ ਪ੍ਰਵਾਹ ਜਾਰੀ ਰਿਹਾ। ਇੱਥੇ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਆਪਣੀ ਹਾਜ਼ਰੀ ਲਵਾਉਣ ਲਈ ਪੁੱਜੇ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸੇ ਤਰ੍ਹਾਂ ਈਸਵੀ ਸੰਨ 2008 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰਤਾ ਗੱਦੀ ਦਿਵਸ ਪੁਰਬ ਮਨਾਉਂਦਿਆਂ ਹੋਇਆਂ ਸ੍ਰੀ ਹਜ਼ੂਰ ਸਾਹਿਬ ਵਿਖੇ 300 ਪ੍ਰਕਾਰ ਦੇ ਲੰਗਰ ਦੀ ਸੇਵਾ ਸੰਤ ਬਾਬਾ ਮਾਨ ਸਿੰਘ ਜੀ ਨੇ ਪ੍ਰਦਾਨ ਕੀਤੀ। ਇਸ ਤੋਂ ਇਲਾਵਾ 5 ਸਾਲ 5 ਤਖਤਾਂ ਦੀ ਸੇਵਾ ਕੀਤੀ, ਜਿਨ੍ਹਾਂ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ, ਸ੍ਰੀ ਪਟਨਾ ਸਾਹਿਬ ਤੇ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਸਾਹਿਬ ਸ਼ਾਮਿਲ ਹਨ। ਮਹਾਨ ਨਗਰ ਕੀਰਤਨਾਂ ਦਾ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ। ਸੰਤ ਬਾਬਾ ਮਾਨ ਸਿੰਘ ਜੀ ਜਿਹੜਾ ਵੀ ਕਾਰਜ ਜਾਂ ਕੋਈ ਸੇਵਾ ਕਰਦੇ, ਉਹਨਾਂ ਦੀ ਆਪਣੀ ਹੀ ਵਿਲੱਖਣਤਾ ਹੈ, ਆਪਣੀ ਹੀ ਮਹਾਨਤਾ ਹੈ।
ਈਸਵੀ ਸੰਨ 2009 ਦੇ ਵਿੱਚ ਸਰਬੱਤ ਦੇ ਭਲੇ ਲਈ 24,313 ਅਖੰਡ ਪਾਠ ਸਾਹਿਬਾਨ ਦੀ ਲੜੀ ਆਰੰਭ ਕੀਤੀ ਗਈ ਤੇ ਭੋਗ ਪਵਾਏ ਗਏ। ਇਹ ਇੱਕ ਮਹਾਨ ਕਾਰਜ ਸੀ ਸਰਬੱਤ ਦੇ ਭਲੇ ਦੇ ਲਈ। ਇਹਨਾਂ ਅਖੰਡ ਪਾਠ ਸਾਹਿਬਾਨ ਦੀ ਸੰਪੂਰਨਤਾ ਅਰਥਾਤ ਭੋਗ ਤਕਰੀਬਨ 2 ਸਾਲ ਬਾਅਦ ਪਏ ਸਨ। ਇਸ ਸਮੇਂ ਤੇ ਵੀ ਸੰਗਤਾਂ ਵੱਲੋਂ ਦੇਸ਼ ਵਿਦੇਸ਼ ਤੋਂ ਆ ਕੇ ਪਿਹੋਵਾ ਪਹੁੰਚ ਕੇ ਸ਼ਿਰਕਤ ਕੀਤੀ ਗਈ ਤੇ ਲਾਹੇ ਪ੍ਰਾਪਤ ਕੀਤੇ ਗਏ। ਈਸਵੀ ਸੰਨ 2017 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਤੇ ਤਖਤ ਸ੍ਰੀ ਪਟਨਾ ਸਾਹਿਬ ਪਹੁੰਚ ਕੇ ਲੰਗਰ ਆਦਿ ਦਾ ਪ੍ਰਬੰਧ ਕੀਤਾ ਗਿਆ, ਲੰਗਰ ਚਲਾਏ ਗਏ। ਜ਼ਿਕਰਯੋਗ ਹੈ ਕਿ ਇਸ ਲੰਗਰ ਦੇ ਵਿੱਚ 350 ਪ੍ਰਕਾਰ ਦੇ ਪਕਵਾਨ ਸੰਗਤਾਂ ਦੀ ਸੇਵਾ ਲਈ ਤਿਆਰ ਕਰਵਾਏ ਗਏ। ਸੰਨ 2019 ਵਿੱਚ ਸਿੱਖ ਪੰਥ ਦੇ ਮੋਢੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ 550 ਤਰ੍ਹਾਂ ਦੇ ਭੋਜਨ ਪਕਵਾਨ ਲੰਗਰ ਦੇ ਵਿੱਚ ਤਿਆਰ ਕਰਵਾ ਕੇ ਲੰਗਰ ਦੀ ਸੇਵਾ ਕੀਤੀ ਗਈ। ਇਸ ਤੋਂ ਇਲਾਵਾ ਧੀਨਾ ਨਗਰ ਨਜ਼ਦੀਕ ਜਲੰਧਰ ਤੋਂ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਸੁਲਤਾਨਪੁਰ ਲੋਧੀ ਯਾਤਰਾ ਕੀਤੀ, ਜਿਸ ਦੇ ਵਿੱਚ ਲੱਖਾਂ ਸੰਗਤਾਂ ਨੇ ਆਪਣਾ ਯੋਗਦਾਨ ਪਾਇਆ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ। ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨਾਲ ਅਥਾਹ ਪਿਆਰ ਸੀ, ਜੋ ਕਿ ਬਿਆਨ ਤੋਂ ਪਰੇ ਹੈ। ਉਹਨਾਂ ਦੀ ਸੰਤ ਈਸ਼ਰ ਸਿੰਘ ਜੀ ਪ੍ਰਤੀ ਸ਼ਰਧਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਸੰਤ ਬਾਬਾ ਮਾਨ ਸਿੰਘ ਜੀ ਨੇ ਆਪਣੇ ਜੀਵਨ ਕਾਲ ਵਿੱਚ 13 ਗੁਰੂ ਘਰ ਤਾਮੀਰ ਕਰਵਾਉਣ ਦੀ ਸੇਵਾ ਕੀਤੀ, ਜਿਨ੍ਹਾਂ ਦੀ ਜ਼ਮੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਹੈ ਤੇ ਇਹ ਸਥਾਨ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਨਾਂ ਤੇ ਤਾਮੀਰ ਕਰਵਾਏ ਗਏ। ਇਸ ਤੋਂ ਇਲਾਵਾ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆਂ ਨੇ ਵਿਦਿਅਕ ਅਦਾਰੇ ਹਸਪਤਾਲਾਂ ਦੀ ਸੇਵਾ ਵੀ ਕੀਤੀ, ਜੋ ਕਿ ਵਰਣਨਯੋਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੇ ਚੱਲਦਿਆਂ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆਂ ਨੇ ਸੰਗਤਾਂ ਨੂੰ ਅਥਾਹ ਪਿਆਰ ਦਿੱਤਾ। ਆਪਣੇ ਸ਼ਰਧਾਲੂਆਂ ਨੂੰ ਉਹਨਾਂ ਆਤਮਿਕ ਆਨੰਦ ਦੀ ਸੋਝੀ ਕਰਵਾਈ ਔਰ ਐਸੇ ਆਤਮਿਕ ਹੁਲਾਰੇ ਦਿਖਾਏ ਕਿ ਜਿਨ੍ਹਾਂ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ, ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਦੀ ਕਿਹੜੀ ਸਿਫਤ ਕਰੀਏ, ਇਹ ਕਲਮ ਤਾਂ ਰੁੱਖ ਹੀ ਜਾਂਦੀ ਹੈ, ਜ਼ੁਬਾਨ ਬਹੁਤਾ ਕਹਿ ਨਹੀਂ ਸਕਦੀ। ਅੰਤ ਤੇ ਇਹ ਕਹਿਣਾ ਪਏਗਾ, ਜਿਉ ਪਿੰਡ ਧਨ ਅਰਪਿਆ ਸੇਈ ਪਤਵੰਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।